सत श्री अकाल जी। अज गल करते हैं किसानां दी। किसान एक ऐसा प्राणी है जो अपनी पैदावार यानी कि अपनी पैदा की हुई उपज का मुल निर्धारित नहीं कर सकता। हालांकि ਜਿਹੜੀ चीज़ां किसान पैदा करता है वो इंसानां दी मुढ़ली जरूरत है, पर साडा की सिस्टम है कि असी ਜਿਹੜੀਆਂ चीज़ां साडा जीवन सुखाला करदियां, खास करके जिवें दवाइयां, AC, TV, फ्रिज, इन्हां नूं ਜਿਹੜੇ बनाउण वाले रेता हो गया, सीमेंट हो गया, इन्हां नूं ਜਿਹੜੇ बनाउण वाले है वो इन्हां दा मुल निर्धारित करते हैं, पर किसान कोले हक नहीं। दरअसल ये विच कारण है कि किसानां दी गरीबी, दूजा एका ना होना, तीजा नूं पता है कि किसान अपनी फसल स्टोर नहीं कर सकता तो हौली हौली करके नहीं बेच सकता, क्योंकि उन्हें तो फसल पहला ही खाधी होंदी है, कर्जा लिया होंदा फसल पालन लई, घर चलाउण लई। हुण ਇਹਦੇ ਵਿੱਚ ਜਦੋਂ ਅਸੀਂ ਗੱਲ ਕਰੀਏ, ਥੋੜ੍ਹਾ ਜਿਹਾ ਪਿਛੋਕੜ ਦੇਖਦੇ ਹਾਂ ਤਾਂ 1966-67 ਤੋਂ ਪਹਿਲਾਂ ਜਾਈਏ ਤਾਂ ਉਸ ਵੇਲੇ ਵੀ ਦੇਸ਼ ਦੇ ਵਿੱਚ ਅਨਾਜ ਦੀ ਥੋੜ੍ਹ ਸੀਗੀ ਹੈਗੀ, ਪਰ ਜਦੋਂ ਫਸਲ ਮੰਡੀ ਦੇ ਵਿੱਚ ਆਉਂਦੀ ਸੀਗੀ ਉਦੋਂ ਕਿਸਾਨਾਂ ਨੂੰ ਭਾਅ ਨਹੀਂ ਮਿਲਦਾ ਸੀ। ਹਾਲਾਂਕਿ ਥੋੜ੍ਹ ਸੀ ਪਰ ਕਿਸਾਨਾਂ ਨੂੰ ਭਾਅ ਨਹੀਂ ਸੀ ਮਿਲਦਾ, ਉਦੋਂ ਭਾਅ ਡਿੱਗ ਪੈਂਦਾ ਸੀ। ਜਦੋਂ ਉਹ ਕਿਸਾਨ ਮੰਡੀ 'ਚੋਂ ਵੇਚ ਆਉਂਦੇ ਸੀਗੇ ਉਦੋਂ ਭਾਅ ਉੱਪਰ ਚਲਾ ਜਾਂਦਾ ਸੀ, ਯਾਨੀ ਕਿ ਵਪਾਰੀਆਂ ਨੂੰ ਫਾਇਦਾ ਉਦੋਂ ਹੁੰਦਾ ਸੀ। ਉਹੀ ਹਾਲ ਅੱਜ ਹੈਗਾ, ਜੋ ਉਦੋਂ ਸੀਗਾ ਉਹੀ ਹਾਲ ਹੈਗਾ। ਵਿੱਚ ਉਸ ਵੇਲੇ 1966-67 ਤੋਂ ਪਹਿਲਾਂ ਤੇ ਵਿੱਚ ਦਾ ਜਿਹੜਾ ਸਿਸਟਮ ਮੈਂ ਗੱਲ ਕਰ ਰਿਹਾ, 1966-67 ਦੇ ਵਿੱਚ ਸਰਕਾਰ ਨੇ ਦੇਖਿਆ ਕਿ ਸਾਨੂੰ ਆਤਮ ਨਿਰਭਰ ਹੋਣਾ ਚਾਹੀਦਾ ਜਿਹੜੀਆਂ ਖਾਣ ਪੀਣ ਦੇ ਮਸਲਿਆਂ 'ਚ, ਪੈਦਾਵਾਰ 'ਚ, ਅਨਾਜ। ਤਾਂ ਸਰਕਾਰ ਨੇ ਇਹਦੇ ਲਈ ਜਿਹੜਾ ਹੈਗਾ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਿ ਉਹ ਪੈਦਾਵਾਰ ਵਧਾਉਣ, ਉਹਨਾਂ ਨੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੇਣੀ ਦਾ ਐਲਾਨ ਕੀਤਾ ਕਿ ਯਾਨੀ ਕਿ ਇਹ ਮੁੱਲ ਨਿਰਧਾਰਿਤ ਹੋਊਗਾ ਕਿ ਕਿਸਾਨਾਂ ਨੂੰ ਇੰਨਾ ਮੁੱਲ ਮਿਲਣਾ ਹੀ ਮਿਲਣਾ। ਹੁਣ ਇਹਦੇ ਨਾਲ ਕਿਸਾਨਾਂ ਨੂੰ ਕੀ ਹੋਇਆ ਕਿ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਪੈਦਾਵਾਰ ਹੋਊਗੀ ਉਹ ਜੇ ਜ਼ਿਆਦਾ ਵੀ ਹੋਊਗੀ ਤਾਂ ਮੁੱਲ ਥੱਲੇ ਨਹੀਂ ਆਏਗਾ। ਸੋ ਉਹਨਾਂ ਨੇ ਮਿਹਨਤ ਕਰਕੇ ਪੈਦਾਵਾਰ ਵਧਾਈ ਅਤੇ ਜਦੋਂ ਫਸਲ ਮੰਡੀ 'ਚ ਆਉਂਦੀ ਉਦੋਂ ਸਰਕਾਰੀ ਏਜੰਸੀਆਂ ਖਰੀਦ ਲਈ ਆਉਂਦੀਆਂ ਅਤੇ ਉਹ ਨਿਰਧਾਰਿਤ ਕੀਮਤ 'ਤੇ ਵਿਕਦੀ। ਇਹਦੇ ਨਾਲ ਜਿਵੇਂ ਜਿਵੇਂ ਅਸੀਂ ਪੈਦਾਵਾਰ ਵੱਧਦੀ ਗਈ ਅਸੀਂ ਆਤਮ ਨਿਰਭਰ ਹੋ ਗਏ। ਹੁਣ ਉਹ ਆਤਮ ਨਿਰਭਰ ਹੋ ਗਏ, ਯਾਨੀ ਕਿ ਜਿਵੇਂ ਕਹਿੰਦੇ ਹੈ ਕਿ ਰੱਜਿਆ ਅਤੇ ਭੱਜਿਆ, ਯਾਨੀ ਜਦੋਂ ਉਹ ਆਤਮ ਨਿਰਭਰ ਹੋ ਗਏ ਉਦੋਂ ਸਰਕਾਰ ਨੇ ਜਿਹੜਾ ਹੈਗਾ ਘੱਟੋ ਘੱਟ ਸਮਰਥਨ ਮੁੱਲ ਨੂੰ ਹੌਲੀ ਹੌਲੀ ਜਿਹੜਾ ਘਟਾਉਣਾ ਸ਼ੁਰੂ ਕਰ ਦਿੱਤਾ, ਉਹਦੇ 'ਚ ਵਾਧੇ ਘੱਟ ਕੀਤੇ ਅਤੇ ਉਹਨੂੰ ਘਟਾਉਣਾ ਸ਼ੁਰੂ ਕੀਤਾ। ਹੁਣ ਉੱਧਰ ਕੀ ਸੀਗਾ ਕਿ ਜਿਹੜੀਆਂ ਖੇਤੀ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਉਹ ਸਾਰੀਆਂ ਮਹਿੰਗਾਈ ਦੇ ਨਾਲ ਵੱਧ ਰਹੀਆਂ ਸੀ। ਕਿਸਾਨਾਂ ਨੇ ਇਸ ਚੀਜ਼ 'ਤੇ ਫਿਰ ਜ਼ੋਰ ਲਾਇਆ ਕਿ ਇਹਨੂੰ ਵੀ ਉਸੇ ਤਰੀਕੇ ਨਾਲ ਵਧਾਇਆ ਜਾਵੇ, ਪਰ ਸਰਕਾਰ ਨਾ ਮੰਨੀ। ਕਿਸਾਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਵੇਂ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੈਗੀ ਹੈ ਥੋਕ ਸੂਚਕ ਅੰਕ ਨਾਲ ਜੋੜੀ ਗਈ ਹੈ, ਉਵੇਂ ਹੀ MSP ਨੂੰ ਵੀ ਥੋਕ ਸੂਚਕ ਅੰਕ ਨਾਲ ਜੋੜ ਦਿਓ, ਪਰ ਸਰਕਾਰ ਨੇ ਇਹਦੇ ਵਿੱਚ ਨਾ ਮੰਨੀ। ਫਿਰ ਜਦੋਂ ਜ਼ਿਆਦਾ ਜ਼ੋਰ ਪਾਇਆ ਕਿਸਾਨਾਂ ਨੇ ਤਾਂ ਸਰਕਾਰ ਨੇ ਡਾਕਟਰ ਸਵਾਮੀਨਾਥਨ ਉੱਘੇ ਖੇਤੀ ਵਿਗਿਆਨੀ ਦੇ ਹੇਠ ਇੱਕ ਕਮੇਟੀ ਬਣਾਤੀ। ਉਸ ਕਮੇਟੀ ਨੇ 2006 'ਚ ਆਪਣੀ ਰਿਪੋਰਟ ਦਿੱਤੀ ਕਿ ਜਿਹੜੀ ਇਹ ਕਿਸਾਨਾਂ ਦੀ ਇਹ ਫਸਲ ਹੈਗੀ ਹੈ ਉਹ C2 ਲਾਗਤ ਮੁੱਲ ਦੇ ਉੱਤੇ 50% ਜਿਹੜੀ ਹੈਗੀ ਹੈ ਉਹਦੇ 'ਤੇ ਮੁਨਾਫੇ 'ਤੇ ਸਾਨੂੰ ਲੈਣੀ ਚਾਹੀਦੀ ਹੈਗੀ ਹੈ, ਉਹ ਉਹਨਾਂ ਦਾ ਪੈਸਾ ਇੰਨੇ MSP ਦੇਣੀ ਚਾਹੀਦੀ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਰਹੀਆਂ ਉਹਨਾਂ ਨੇ ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾਈ ਰੱਖਿਆ ਅਤੇ ਕਿਸਾਨਾਂ ਨੂੰ ਇਹ ਚੀਜ਼ ਨਹੀਂ ਦਿੱਤੀ। ਫਿਰ ਜਦੋਂ 2019 ਦੀਆਂ ਚੋਣਾਂ ਆਈਆਂ ਕਿਸਾਨਾਂ ਨੇ ਫਿਰ ਜ਼ੋਰ ਮਾਰਿਆ ਅਤੇ ਸਰਕਾਰ ਨੇ ਜਿਹੜੀ ਅੱਧ-ਪਚੱਧੀ ਜੀ MSP ਜੇ ਇਸ ਰਿਪੋਰਟ ਦੇ ਮੁਤਾਬਕ ਲਾਗੂ ਕਰਤੀ, ਯਾਨੀ ਕਿ A2+ FL। ਹੁਣ ਉਹਦੇ ਨਾਲ ਕੀ ਹੈ ਕਿ ਜਿਹੜੀ ਕੈਪੀਟਲ ਕਾਸਟ ਫੇਰ ਛੱਡਤੀ। ਉਹਦੇ ਨਾਲ ਹੋਇਆ ਕੀ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਕੋਈ ਬਹੁਤਾ ਉਹਦੇ ਨਾਲ ਲਾਭ ਨਹੀਂ ਹੋਇਆ ਅਤੇ ਕਿਸਾਨਾਂ ਦੀ ਮੰਗ ਜਿਉਂ ਦੀ ਤਿਉਂ ਰਵਾਂ ਰਹੀ। ਉਸ ਤੋਂ ਖਹਿੜਾ ਛਡਾਉਣ ਲਈ ਸਰਕਾਰ ਨੇ 3 ਨਵੇਂ ਖੇਤੀ ਕਾਨੂੰਨ ਲੈ ਆਂਦੇ ਹੁੰਦੇ। ਹੁਣ ਉਹ ਖੇਤੀ ਕਾਨੂੰਨਾਂ ਨੇ MSP ਨੂੰ ਪਿੱਛੇ ਕਰਤਾ ਦਾ ਆ ਗਿਆ ਖੇਤੀ ਕਾਨੂੰਨ ਰੱਦ ਹੋਣ ਦਾ। ਕਿਸਾਨਾਂ ਦੀ ਦੇਸ਼ ਭਰ ਦੇ ਕਿਸਾਨਾਂ ਨੇ ਸਾਲ ਭਰ ਅੰਦੋਲਨ ਕੀਤਾ। ਜਿਹੜੇ ਹੈਗੇ ਆ ਪੰਜਾਬ ਦੇ ਕਿਸਾਨਾਂ ਨੇ ਤਕਰੀਬਨ 1.25 ਸਾਲ ਅੰਦੋਲਨ ਕੀਤਾ ਅਤੇ ਅਸਲ ਉਹ 3 ਖੇਤੀ ਕਾਨੂੰਨ ਵਾਪਸ ਵੀ ਹੋ ਗਏ, ਪਰ MSP ਦਾ ਰੇੜਕਾ
ਉੱਥੇ ਦਾ ਉੱਥੇ ਹੀ ਖੜਾ ਰਿਹਾ, ਕਿਉਂਕਿ ਸਰਕਾਰ ਨੇ ਇਸ ਗੱਲ 'ਤੇ ਆ ਗਈ ਕਿ ਚਲੋ ਇੱਕ ਕਮੇਟੀ ਬਣਾ ਦਿੰਦੇ ਹਾਂ ਜਿਹੜੀ ਇਹ ਤੈਅ ਕਰੂਗੀ ਕਿ ਕਿਸ ਤਰ੍ਹਾਂ MSP ਕਿਵੇਂ ਕਿਹੜੀਆਂ ਚੀਜ਼ਾਂ ਦੀ ਫਿਕਸ ਹੋਵੇ। ਹੁਣ ਜਿੱਦਣ ਦੀ ਉਹ ਕਮੇਟੀ ਬਣੀ ਹੈ ਉਦੋਂ ਦਾ ਨਵੇਂ ਸਮੀਕਰਨ ਦੇਖਣ ਨੂੰ ਮਿਲਦੇ ਹੈਗੇ। ਕਮੇਟੀ ਹਜੇ ਬਣੀ ਵੀ ਨਹੀਂ, ਅਨਾਊਂਸ ਹੀ ਹੋਈ ਹੈ। ਮੈਂ ਬਣੀ ਕਹਿਤਾ ਸੀ, ਪਰ ਮੈਂ ਤੁਹਾਨੂੰ ਕਹਿੰਦਾ ਅਨਾਊਂਸ ਹੋਈ ਹੈ ਕਿ ਇੱਦਾਂ ਕਮੇਟੀ ਬਣਨੀ ਹੈ। ਹਜੇ ਰਿਪੋਰਟ ਆਉਣੀ ਤਾਂ ਬਹੁਤ ਦੂਰ ਦੀਆਂ ਗੱਲਾਂ, ਮੀਟਿੰਗ ਹੋਣੀ ਇਹ ਸਾਰੇ ਦੇ ਵਿੱਚ, ਪਰ ਸਮੀਕਰਨ ਨਵੇਂ ਹੀ ਦੇਖਣ ਨੂੰ ਮਿਲ ਰਹੇ। ਸਭ ਤੋਂ ਪਹਿਲੀ ਚੀਜ਼ ਉਹਦੇ ਦੇਖਣ ਨੂੰ ਮਿਲਦੀ ਹੈ ਕਿ ਜਿੰਨੇ ਸਾਡੇ ਸਰਕਾਰੀ ਅਰਥ ਸ਼ਾਸਤਰੀ ਹੈਗੇ ਹੈ, ਫਿਰ ਜਿਹੜੇ ਸਾਡੇ ਕਹਿ ਲਓ ਵਿਕਸਿਤ ਮੁਲਕ ਹੈ, ਉੱਧਰੋਂ ਇੰਟਰਨੈਸ਼ਨਲ ਮੋਨੇਟਰੀ ਫੰਡ ਹੈ, ਉੱਧਰ ਜਿਹੜੀਆਂ ਹੈਗੀਆਂ WTO, ਸਭ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਹੈ ਕਿ MSP ਨਹੀਂ ਦੇਣੀ ਚਾਹੀਦੀ, MSP ਕੋਈ ਹੱਲ ਨਹੀਂ, ਇਹਨੂੰ ਡਿਮਾਂਡ ਸਪਲਾਈ ਦੇ ਰਿਲੇਸ਼ਨ 'ਤੇ ਛੱਡਣਾ ਚਾਹੀਦਾ, ਆਪਣੇ ਆਪ ਇਹਦੀ ਨਿਰਧਾਰਿਤ ਹੋਵੇ। ਹੁਣ ਦਰਅਸਲ ਇਹ ਸਾਰੇ ਕਿਉਂ ਇੱਕਦਮ ਵਿੱਚ ਪੈ ਗਏ, ਇਹ ਸੋਚਣ ਦੀ ਲੋੜ ਹੈ। ਕਿਉਂ ਨਹੀਂ ਕਿ ਅਗਰ ਸਰਕਾਰ ਨੇ ਕਿਹਾ ਕਿ ਕਮੇਟੀ ਬਣਾਓ, ਕਮੇਟੀ ਬਣਾ ਕੇ ਕਮੇਟੀ ਜੋ ਰਿਪੋਰਟ ਦੇਊਗੀ ਫਿਰ ਉਹਨੂੰ ਦੇਖਾਂਗੇ, ਪਹਿਲਾਂ ਕਮੇਟੀ ਬਣ ਲੈਣ ਦਿਓ, ਕਮੇਟੀ ਦੀ ਰਿਪੋਰਟ ਆ ਜਾਣ ਦਿਓ, ਫਿਰ ਚਰਚਾ ਕਰ ਲਿਓ। ਅੱਜ ਹੀ ਕਿਉਂ? ਦਰਅਸਲ ਰੌਲਾ ਕੀ ਹੈ, ਇਹ ਸਾਰੇ ਦੇ ਪਿੱਛੇ ਜਿਹੜਾ ਸਿਸਟਮ ਹੈ, ਹੁਣ ਜਿੰਨੇ ਵਿਕਸਿਤ ਦੇਸ਼ ਹੈ ਉਹਨਾਂ ਨੇ ਇਹ ਦੇਖਣਾ ਹੈ ਕਿ ਜਿਨ੍ਹਾਂ ਕੋਲ ਰਕਬਾ ਵੱਧ ਹੈ, ਪੈਦਾਵਾਰ ਹੈਗੀ ਹੈ, ਆਬਾਦੀ ਘੱਟ ਹੈ, ਉਹਨਾਂ ਨੂੰ ਹੈਗਾ ਕਿ ਅਸੀਂ 138 ਕਰੋੜ ਦੀ ਪਾਪੂਲੇਸ਼ਨ ਨੂੰ ਟਾਰਗੇਟ ਕਰੀਏ, ਉੱਥੇ ਜਾ ਕੇ ਆਪਣਾ ਸਮਾਨ ਵੇਚੀਏ। ਠੀਕ ਹੈ, ਹੁਣ ਸਾਡੇ ਕੋਲ 138 ਕਰੋੜ 'ਚੋਂ 80 ਕਰੋੜ ਪਾਪੂਲੇਸ਼ਨ ਇਹੋ ਜਿਹੀ ਹੈ, ਆਬਾਦੀ ਹੈ ਜਿਹੜੀ ਸਾਡੀ, ਉਹ ਤਾਂ ਸਸਤੇ ਰਾਸ਼ਨ 'ਤੇ ਪਲਦੀ ਹੈ। ਤੁਸੀਂ ਇਹਨੂੰ ਢਾਂਚੇ ਨੂੰ ਕਿਵੇਂ ਇਹਦੇ 'ਤੇ ਫਿੱਟ ਕਰ ਲਓਗੇ? ਇੱਕਦਮ ਇਹ ਸਾਰਾ ਸਿਸਟਮ ਜਿਹੜਾ ਚੱਲਦਾ ਹੋਇਆ ਤਹਿਸ ਨਹਿਸ ਹੋ ਜਾਣਾ। ਤੁਸੀਂ ਇਸ ਚੀਜ਼ ਪ੍ਰਤੀ ਵੀ ਸੋਚੋ। ਦੂਜੀ ਗੱਲ ਹੈ, ਇਹ ਤਰਕ ਆ ਰਿਹਾ ਹੈਗਾ ਕਿ ਜੀ ਕਿਸਾਨ ਜਿਹੜੇ ਹੈਗੇ, ਛੋਟੇ ਕਿਸਾਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ। 85% ਕਿਸਾਨ ਛੋਟੇ ਹੈ, ਉਹ ਤਾਂ ਮੰਡੀ 'ਚ ਜਾਂਦੇ ਹੀ ਨਹੀਂ ਵੇਚਣ। ਹੁਣ ਮੰਡੀ 'ਚ ਜਾਵੇ, ਚਾਹੇ ਉਹ ਛੋਟਾ ਹੈ ਚਾਹੇ ਵੱਡਾ, ਹਰ ਕਿਸਾਨ ਨੂੰ ਜਾਣਾ ਹੀ ਪੈਂਦਾ, ਕਿਉਂਕਿ ਉਹਦੀ ਸਾਰੀ ਜ਼ਰੂਰਤ ਸਿਰਫ ਖਾਣ ਪੀਣ ਤੱਕ ਨਹੀਂ ਹੈ, ਉਹਨੇ ਹੋਰ ਚੀਜ਼ਾਂ ਵੀ ਕਰਨੀਆਂ, ਜਿਵੇਂ ਕਿ ਉਹਨੇ ਸਾਬਣ, ਤੇਲ, ਕੱਪੜੇ, ਬੱਚਿਆਂ ਦੀ ਫੀਸ ਇਹ ਵੀ ਦੇਣਾ। ਸੋ ਥੋੜ੍ਹੇ ਕੋਲੇ ਥੋੜ੍ਹਾ ਉਹਨੇ ਮੰਡੀ ਜਾ ਕੇ ਉਹ ਚੀਜ਼ ਵੇਚਣੀ ਹੈ ਅਤੇ ਉਹਦੇ ਲਈ ਪੈਸੇ ਲੈ ਕੇ ਆਉਣੇ ਹੀ ਹੈ। ਅਤੇ ਦੂਜੀ ਗੱਲ, ਇਹ ਕਹਿਣ ਨੂੰ ਤਾਂ ਤਰਕ ਮਰਜ਼ੀ ਦੇਈ ਜਾਣ ਆਪਦੀ ਗੱਲ ਸਿੱਧ ਕਰਨ ਨੂੰ, ਪਰ ਜਿਹੜੇ ਛੋਟੇ ਕਿਸਾਨ ਹੈ ਉਹ ਬਹੁਤੇ ਉਹੀ ਹੈ ਜੋ ਠੇਕੇ 'ਤੇ ਜਾਂ ਹਿੱਸੇ 'ਤੇ ਜ਼ਮੀਨਾਂ ਲੈ ਕੇ ਵਾਹੁੰਦੇ ਹਨ। ਜੇ ਉਹਨਾਂ ਨੂੰ ਅੱਜ ਪਤਾ ਹੈ ਕਿ ਇਹਦਾ ਮੁੱਲ ਇੰਨਾ ਨਿਰਧਾਰਿਤ ਕੀਤਾ ਹੋਇਆ ਅਤੇ ਸਾਨੂੰ ਇੰਨੇ ਪੈਸੇ ਆ ਜਾਣੇ ਆ, ਤਾਂ ਹੀ ਉਹ ਠੇਕੇ 'ਤੇ ਲੈਂਦੇ ਆ ਅਤੇ ਉਹ ਚੱਲਦੇ ਆ, ਅਤੇ ਉਹ ਆਪਣਾ ਸਿਸਟਮ ਇੱਕ ਚਲਾਈ ਬੈਠੇ, ਜਿਸ ਕਰਕੇ ਅੱਜ ਵੀ ਸਾਡਾ ਬੇਰੁਜ਼ਗਾਰੀ ਦੀ ਦਰ ਜਿਹੜੀ ਹੈ ਰੂਰਲ ਦੇ ਵਿੱਚ ਘੱਟ ਹੈ, ਜਦ ਕਿ ਸਾਡੀ ਅਰਬਨ ਦੇ ਵਿੱਚ ਜ਼ਿਆਦਾ ਹੈ। ਜੇ ਦਸੰਬਰ ਮਹੀਨੇ ਦੀ ਲਈਏ ਤਾਂ 7.3% 'ਤੇ ਹੈਗੀ ਹੈ ਰੂਰਲ ਦੀ ਦਰ, ਜਦ ਕਿ 9.1% 'ਤੇ ਸ਼ਹਿਰੀ ਹੀ ਬੇਰੁਜ਼ਗਾਰੀ ਦੀ ਦਰ ਹੈਗੀ ਹੈ। ਸੋ ਇਹ ਸਾਨੂੰ ਥੋੜ੍ਹੀ ਜਿਹੀ ਸੋਚਣ ਦੀ ਲੋੜ ਹੈ। ਦੂਜਾ ਤਰਕ ਆ ਜਾਂਦਾ ਹੈਗਾ ਕਿ ਕਿਸਾਨਾਂ ਨੂੰ ਜਿਹੜੀ ਅਸੀਂ ਅੰਤਰਰਾਸ਼ਟਰੀ ਭਾਅ ਨਾਲੋਂ ਜ਼ਿਆਦਾ MSP ਦੇ ਰਹੇ ਹਾਂ। MSP ਤਾਂ ਅੰਤਰਰਾਸ਼ਟਰੀ ਭਾਅ ਨਾਲੋਂ ਜ਼ਿਆਦਾ। ਹੁਣ ਬਈ ਗੱਲ ਸਮਝੋ, ਇਹ ਉਦੋਂ ਪਤਾ ਲੱਗਦਾ ਜਦੋਂ ਅਸੀਂ ਅੰਤਰਰਾਸ਼ਟਰੀ ਮਾਰਕੀਟ ਜਾ ਕੇ ਖੜ੍ਹਦੇ ਹਾਂ। ਕੋਈ ਵੀ ਚੀਜ਼ ਲੈਣ ਜਾਓ ਉਦੋਂ ਭਾਅ ਪਤਾ ਲੱਗਦਾ ਹੈ। ਘਰ ਬੈਠੇ ਤਾਂ ਜੋ ਮਰਜ਼ੀ ਅਸੀਂ ਕਹੀ ਜਾਈਏ। ਫਿਰ 2020 ਦੇ ਵਿੱਚ ਭਾਰਤ ਸਰਕਾਰ ਨੇ ਅਨਾਊਂਸ ਕੀਤਾ ਕਿ ਦਾਲਾਂ ਅਸੀਂ ਇੰਪੋਰਟ ਕਰਨੀਆਂ, ਅਗਲੇ ਦਿਨ ਹੀ ਕੈਨੇਡਾ ਨੇ 10 ਤੋਂ 20% ਭਾਅ ਦਾਲਾਂ ਦੇ ਵਧਾ ਦਿੱਤੇ। ਹੁਣ ਇਹੀ ਹਾਲ ਤੁਸੀਂ ਦੂਜੇ ਪਾਸੇ ਲੈ ਲਓ, ਜਦੋਂ ਮੂੰਗੀ ਜਿਹੜੀ ਹੈਗੀ ਆ 7200 ਰੁਪਏ ਕੁਇੰਟਲ ਜਿਹਦੀ MSP ਹੈ, ਉਹ ਹਰਿਆਣੇ 'ਚ ਵਿਕ ਰਹੀ ਸੀ ਜਿੰਨੀ ਦੇਰ ਤੱਕ ਹਰਿਆਣਾ ਸਰਕਾਰ ਖਰੀਦਦੀ ਸੀ, ਕਿ ਸਰਕਾਰ ਖਰੀਦ ਰਹੀ ਸੀ ਤਾਂ ਉਦੋਂ ਵਿਕ ਰਹੀ ਸੀ। ਜਿੱਦਣ ਸਰਕਾਰ ਨੇ ਖਰੀਦ ਬੰਦ ਕਰਤੀ, ਹਿਸਾਰ ਮੰਡੀ ਦੇ ਵਿੱਚ ਉਸੇ ਮੂੰਗੀ ਦਾ ਭਾਅ 3000 ਰੁਪਏ ਕੁਇੰਟਲ ਰਹਿ ਗਿਆ, ਯਾਨੀ ਕਿ 40% MSP ਦਾ। ਕੀ ਉਹ 3000 ਵਾਲੀ ਮੂੰਗੀ 'ਤੇ ਲਾਗਤ ਘੱਟ ਆਈ ਹੈ? ਤੀਜਾ ਤਰਕ ਇਹ ਵੀ ਆਉਂਦਾ ਕਿ ਜੇ MSP ਦੇਤੀ ਤਾਂ ਇਹਨਾਂ ਨੇ ਝੋਨਾ ਨਹੀਂ ਛੱਡਣਾ। ਮੈਂ ਤਾਂ ਗੱਲ ਕਹਿਣਾ ਕਿ ਇਹਦੇ 'ਚ ਫਿਰ ਕਸੂਰ ਸਾਡਾ ਹੀ ਹੈ ਕਿ ਅਸੀਂ ਕੀ ਕੀਤਾ ਕਿ ਜੇ ਉਹਨਾਂ ਨੇ ਝੋਨਾ ਨਹੀਂ ਛੱਡਣਾ। ਇਹਦੀ ਗੱਲ ਸਮਝਣ ਦੀ ਲੋੜ ਹੈ। ਅਸੀਂ ਮੂੰਗੀ ਦੀ MSP ਤਾਂ ਵੇਖ ਲਈ, ਕੀ ਉਹਦਾ ਝਾੜ ਵੇਖਿਆ ਕਿ ਉਹ 4 ਤੋਂ 5 ਕੁਇੰਟਲ ਆਉਂਦਾ ਮੂੰਗੀ ਦਾ ਝਾੜ ਜਿਹੜਾ,
ਉਹਨੂੰ ਹੁਣ ਝੋਨੇ ਨਾਲ ਜਦੋਂ ਬਰਾਬਰ ਲਾਉਣਾ ਹੈ ਕਿਵੇਂ ਲਾਵਾਂਗੇ। ਲੇਬਰ ਜਿਹੜੀ ਹੈ ਮੂੰਗੀ 'ਤੇ ਜ਼ਿਆਦਾ ਪੈਂਦੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਵੈਰਾਈਟੀਆਂ ਪਹਿਲਾਂ ਝਾੜ ਘੱਟ, ਦੂਜਾ ਉਹ ਇਕਸਾਰ ਨਹੀਂ ਆਉਂਦੀਆਂ, ਇਸ ਕਰਕੇ ਮਸ਼ੀਨੀ ਕਟਾਈ ਨਹੀਂ ਹੁੰਦੀ, ਲੇਬਰ ਦੇ ਖਰਚੇ ਵੱਧ ਪੈਂਦੇ ਆ। ਠੀਕ ਹੈ, ਉਸ ਚੀਜ਼ ਨੂੰ ਜੇ ਅਸੀਂ ਇਹਨੂੰ ਵਾਕਿਆ ਹੀ ਵਧਾਉਣਾ ਚਾਹੁੰਦੇ ਹਾਂ ਤਾਂ ਅਸੀਂ ਇਹਨੂੰ ਬੀਜ ਜਿਹੜੇ ਹੈਗੇ ਹੈ ਇਹ ਦੁਬਾਰਾ ਇਹਦੇ ਝਾੜ ਵਧਾਉਣ ਵਾਲੇ ਲਈਏ, ਕੋਈ ਉਹਨਾਂ ਨੂੰ ਮੋਡੀਫਾਈ ਕਰੀਏ ਜੈਨੇਟਿਕਲੀ ਜਿਹਦੇ ਨਾਲ ਝਾੜ ਵਧੇ ਅਤੇ ਦੂਜਾ ਇਹ ਇੱਕਸਾਰ ਇੱਕੋ ਟਾਈਮ 'ਤੇ ਆ ਜਾਣ, ਜਿਹੜੀ ਮਸ਼ੀਨਾਂ ਨਾਲ ਕਟਾਈ ਹੋ ਸਕੇ ਜਿਵੇਂ ਬਾਹਰ ਹੈਗਾ। ਸੋ ਉਸ ਤਰੀਕੇ ਦੀ ਸਾਨੂੰ ਸੋਚਣ ਦੀ ਲੋੜ ਹੈ। ਇਹ ਨਹੀਂ ਕਿ ਫਸਲ ਵਿਭਿੰਨਤਾ ਜਿਹੜੀ ਹੈ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਹੋਈ, 85 ਤੋਂ ਲੈ ਕੇ ਇਹ ਚੀਜ਼ਾਂ ਚੱਲ ਰਹੀਆਂ ਪੰਜਾਬ ਦੇ ਵਿੱਚ, ਪਰ ਚਾਹੇ ਉਹ ਸੋਇਆਬੀਨ ਲੈ ਲਓ, ਚਾਹੇ ਉਹ ਗੰਨਾ ਲੈ ਲਓ, ਮੱਕੀ ਲੈ ਲਓ, ਹਰ ਫਸਲ 'ਤੇ ਹੋਈ ਹੈ। ਪਰ ਅਸਲ ਦੇ ਵਿੱਚ ਜਦੋਂ ਉਹਦੀ ਮੰਡੀਕਰਨ ਤਸੱਲੀ ਬਖਸ਼ ਨਹੀਂ ਹੁੰਦਾ, ਪੈਸਾ ਨਹੀਂ ਮਿਲਦਾ, ਝਾੜ ਘੱਟ ਹੈ, ਉਦੋਂ ਉਹ ਚੀਜ਼ ਰਹਿ ਜਾਂਦੀ ਹੈ। ਸੋ ਜਿਹੜੀ ਚੀਜ਼ ਨੂੰ ਵੀ ਤੁਸੀਂ ਵਧਾਵਾ ਦੇਣਾ ਹੈ ਉਹਦੇ 'ਚ ਜਿਹੜੀ ਹੈਗੀ ਹੈ ਉਹਨੂੰ ਉਤਸ਼ਾਹਿਤ ਕਰਨ ਲਈ ਉਹਦੇ 'ਚ ਜਿਹੜਾ ਉਹਦਾ ਨਿਰਧਾਰਿਤ ਮੁੱਲ ਹੈ ਉਹ ਠੀਕ ਤੈਅ ਕਰੋਗੇ ਅਤੇ ਲੋਕ ਆਪੇ ਹੀ ਛੱਡ ਜਾਣਗੇ। ਕਿਸਾਨਾਂ ਨੇ ਝੋਨੇ ਤੋਂ ਕੀ ਲੈਣਾ, ਤੁਸੀਂ ਵਧੀਆ ਬੀਜ ਲਿਆ ਕੇ ਦਿਓ, ਤੁਸੀਂ ਉਹਨਾਂ ਨੂੰ ਇਹ ਸਿਸਟਮ ਬਣਾ ਕੇ ਦਿਓ ਅਤੇ ਉਹਨਾਂ ਨੇ ਇੱਧਰੋਂ ਛੱਡ ਹੀ ਜਾਣਾ। ਸੋ ਇਹ ਚੀਜ਼ 'ਤੇ ਵੀ ਸਾਨੂੰ ਥੋੜ੍ਹੀ ਸੋਚਣ ਦੀ ਲੋੜ ਹੈਗੀ ਹੈ। ਮੈਂ ਇਹੀ ਕਹਿਣਾ ਚਾਹੁੰਦਾ ਕਿ ਐਡੇ ਵੱਡੀ ਆਬਾਦੀ ਵਾਲੇ ਮੁਲਕ ਵਿੱਚ ਜਾ ਕੇ ਲੋਕਾਂ ਨੂੰ ਠੀਕ ਖੁਰਾਕ ਮਿਲੇ, ਉੱਥੇ ਸਰਕਾਰ ਨੂੰ ਜਿਹੜਾ ਦਖਲ ਦੇਣਾ ਹੀ ਪੈਂਦਾ ਹੈ। ਬਿਨਾਂ ਸਰਕਾਰੀ ਦਖਲ ਤੋਂ ਚੀਜ਼ ਠੀਕ ਨਹੀਂ ਚੱਲ ਸਕਦੀ। ਨਾਲ ਹੀ ਇਹ ਵੀ ਗੱਲ ਆਉਂਦੀ ਹੈ ਕਿ ਜਿਹੜੀ ਕਿਸਾਨਾਂ ਨੂੰ ਵਾਜਬ ਮੁੱਲ ਮਿਲੇ, ਖਪਤਕਾਰ ਨੂੰ ਠੀਕ ਰੇਟ ਦੇ ਵਿੱਚ ਉਹ ਚੀਜ਼ ਪਹੁੰਚੇ ਅਤੇ ਜਿਹੜਾ ਵਪਾਰੀ ਨੂੰ ਮੁਨਾਫਾ ਹੋਵੇ, ਪਰ ਜਾਇਜ਼ ਮੁਨਾਫਾ ਹੋਵੇ, ਨਜਾਇਜ਼ ਨਾ ਹੋਵੇ। ਧੰਨਵਾਦ।